BTV ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਲਗਰੀ ਉਦਯੋਗਿਕ ਕੰਪਲੈਕਸ 'ਚ ਲੱਗੀ 2 ਅਲਾਰਮ ਫਾਇਰ ਫਾਈਟਰਾਂ ਨੇ ਅੱਗ ਨੂੰ ਕੀਤਾ ਕਾਬੂ। ਕੈਨੇਡੀਅਨ ਸਰਕਾਰ ਨੇ ਡਰਾਫਟ ਆਨਲਾਈਨ ਨਿਊਜ਼ ਐਕਟ ਦੇ ਨਿਯਮਾਂ ਵਿੱਚ ਗੂਗਲ ਅਤੇ ਮੈਟਾ ਨੂੰ ਛੋਟ ਦੀ ਕੀਤੀ ਪੇਸ਼ਕਸ਼। CRA ਨੇ 120 ਕਰਮਚਾਰੀਆਂ ਨੂੰ ਕੱਢਿਆ, ਅਨੁਚਿਤ ਤਰੀਕੇ ਨਾਲ ਦਾਅਵੇ ਕੀਤੇ। SERB ਭੁਗਤਾਨਾਂ ਦੀ ਸਮੀਖਿਆ ਤੋਂ ਬਾਅਦ ਲਿਆ ਫੈਸਲਾ। ਹਰੀਕੇਨ ਇਡੈਲੀਆ ਕਰਕੇ ਤਬਾਹ ਹੋਏ ਕਈ ਕਸਬੇ, ਘਰ ਲੱਭਣ ਲਈ ਆਏ ਵਸਨੀਕ ਮੁੜ ਪਰਤੇ। ਹੁਣ ਖਬਰਾਂ ਵਿਸਥਾਰ ਨਾਲ। ਕੈਲਗਰੀ ਦੇ ਦੱਖਣ ਪੂਰਬ ਵਿੱਚ SE ਐਸਫਾਲਟ ਪਲਾਂਟ ਵਿੱਚ ਦੇਰ ਰਾਤ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਫਾਇਰ ਫਾਈਟਰਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ। ਜਾਣਕਾਰੀ ਮੁਤਾਬਕ ਰਾਤ 10 ਵਜੇ ਤੋਂ ਥੋੜੀ ਦੇਰ ਬਾਅਦ ਫਾਇਰ ਟੀਮ ਪਹੁੰਚ ਗਈ ਸੀ। ਇਹ ਮਾਮਲਾ 42 ਐਵੇਨਿਊ SE ਦੇ ਇੱਕ ਪਲਾਂਟ 'ਚ ਲੱਗੀ ਅੱਗ ਦਾ ਹੈ। ਫਾਇਰ ਟੀਮ ਦੇ ਮੁਖੀ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਐਸਫਾਲਟ ਪਲਾਂਟ ਨੂੰ ਅੱਗ ਲੱਗੀ ਹੋਈ ਸੀ। ਉਹਨਾਂ ਨੇ ਇਹ ਯਕੀਨੀ ਬਣਾਇਆ ਕਿ ਸਾਰੇ ਕਰਮਚਾਰੀ ਸਹੀ ਸਲਾਮਤ ਬਾਹਰ ਨਿਕਲ ਗਏ ਸੀ ਅਤੇ ਉਸ ਤੋਂ ਬਾਅਦ ਫਾਇਰ ਟੀਮ ਵੱਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਮੌਕੇ ਤੇ ਕੈਲਗਰੀ ਫਾਇਰ ਹੈਜ਼ਮੈਟ ਦੀ ਟੀਮ ਵੀ ਮੌਕੇ ਤੇ ਮੌਜੂਦ ਸੀ। ਫਾਇਰ ਟੀਮ ਦੇ ਮੁਖੀ ਕੋਵਨ ਨੇ ਸਮਝਾਇਆ, ਅੱਗ ਦੀ ਪ੍ਰਕਿਰਤੀ ਅਤੇ ਇਸ ਤੋਂ ਨਿਕਲਣ ਵਾਲੇ ਵੱਡੇ ਧੂਏ ਕਾਰਨ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਲਈ CFD ਹੈਜ਼ਮੈਟ ਕਰੂ ਦਾ ਮੌਕੇ ਤੇ ਹੋਣਾ ਜ਼ਰੂਰੀ ਹੈ। ਇਸ ਪੂਰੀ ਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਅਤੇ ਕੁਝ ਘੰਟਿਆਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਮਾਮਲੇ ਵਿੱਚ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਨੇ ਆਪਣੇ ਆਨਲਾਈਨ ਨਿਊਜ਼ ਐਕਟ ਲਈ ਡਰਾਫਟ ਨਿਯਮਾਂ ਨੂੰ ਜਾਰੀ ਕੀਤਾ ਹੈ ਅਤੇ ਇੱਕ ਨਵੀਂ ਛੋਟ ਦਾ ਖੁਲਾਸਾ ਕੀਤਾ ਹੈ, ਜੋ ਮੇਟਾ ਅਤੇ ਗੂਗਲ ਨੂੰ ਨਿਊਜ਼ ਆਊਟਲੈਟਾਂ ਦੇ ਇੱਕ ਸਮੂਹ ਨੂੰ ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਨ ਦੀ ਇਜਾਜ਼ਤ ਦੇਵੇਗਾ। ਗੂਗਲ ਲਈ ਇਹ ਅੰਕੜਾ $172 ਮਿਲੀਅਨ ਪ੍ਰਤੀ ਸਾਲ ਹੈ। ਫੇਸਬੁੱਕ ਦੀ ਮੂਲ ਕੰਪਨੀ ਲਈ ਇਹ $62 ਮਿਲੀਅਨ ਹੈ। ਸਾਰੇ ਪ੍ਰਮੁੱਖ ਨਿਊਜ਼ ਆਊਟਲੈਟਾਂ ਨਾਲ ਸੌਦੇ ਤੱਕ ਪਹੁੰਚਣ ਦੀ ਬਜਾਏ ਤਕਨੀਕੀ ਦਿਗਜਾਂ ਕੋਲ ਹੁਣ ਇੱਕ ਸਮੂਹਿਕ ਸਮੂਹ ਨਾਲ ਇੱਕ ਸੌਦੇ ਤੇ ਪਹੁੰਚਣ ਦਾ ਵਿਕਲਪ ਹੈ, ਜਿਸ ਵਿੱਚ ਸੁਤੰਤਰ ਅਤੇ ਘੱਟ ਗਿਣਤੀ ਭਾਸ਼ਾ ਦੇ ਆਊਟਲੈਟ ਸ਼ਾਮਲ ਹੋਣਗੇ। ਘੱਟੋ-ਘੱਟ ਥ੍ਰੈਸ਼ਹੋਲਡ ਵਿੱਚ ਕੈਨੇਡੀਅਨ ਪੱਤਰਕਾਰੀ ਵਿੱਚ ਗੈਰ ਮੁਦਰਾ ਯੋਗਦਾਨ ਵੀ ਸ਼ਾਮਲ ਹੋ ਸਕਦਾ ਹੈ। ਐਕਟ, ਜਿਸ ਨੂੰ ਬਿੱਲ C-18 ਵੀ ਕਿਹਾ ਜਾਂਦਾ ਹੈ, ਨੂੰ ਇਸ ਸਾਲ ਦੇ ਜੂਨ ਵਿੱਚ ਰਾਇਲ ਮਨਜ਼ੂਰੀ ਮਿਲੀ ਸੀ। ਇਸ ਦਾ ਉਦੇਸ਼ ਗੂਗਲ ਅਤੇ ਮੈਟਾ ਵਰਗੀਆਂ ਵੱਡੀਆਂ ਤਕਨੀਕੀ ਕਾਰਪੋਰੇਸ਼ਨਾਂ ਨੂੰ ਉਹਨਾਂ ਦੀ ਸਮੱਗਰੀ ਨੂੰ ਆਨਲਾਈਨ ਸਾਂਝਾ ਕਰਨ ਲਈ ਕੈਨੇਡੀਅਨ ਨਿਊਜ਼ ਆਊਟਲੈਟਾਂ ਨੂੰ ਭੁਗਤਾਨ ਕਰਨ ਲਈ ਪ੍ਰਾਪਤ ਕਰਨਾ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਨਿਯਮ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ, ਜੋ ਕਿ ਕੈਨੇਡਾ ਸਰਕਾਰ ਦਾ ਅਧਿਕਾਰਿਤ ਅਖਬਾਰ ਹੈ। ਸਰਕਾਰ ਦਾ ਕਹਿਣਾ ਹੈ ਕਿ ਨਿਯਮ ਨਾਲ ਦੇ ਰੈਗੂਲੇਟਰੀ ਪ੍ਰਭਾਵ ਵਿਸ਼ਲੇਸ਼ਣ ਸਟੇਟਮੈਂਟ ਦੇ ਨਾਲ 30 ਦਿਨਾਂ ਦੀ ਜਨਤਕ ਸਲਾਹ ਮਸ਼ਵਰੇ ਦੀ ਮਿਆਦ ਲਈ ਪ੍ਰਕਾਸ਼ਿਤ ਰਹਿਣਗੇ। ਸਰਕਾਰ ਕਾਰੋਬਾਰਾਂ, ਅਕੈਡਮਿਕਸ, ਸਿਵਲ ਸੁਸਾਇਟੀ ਅਤੇ ਸਾਰੇ ਕੈਨੇਡੀਅਨਸ ਦੀ ਭਾਗੀਦਾਰੀ ਦਾ ਸਵਾਗਤ ਕਰਦੀ ਹੈ। ਫੈਡਸ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਨਿਯਮ ਸਪਸ਼ਟਤਾ ਪ੍ਰਦਾਨ ਕਰਨਗੇ ਕਿ ਕਿਸ ਪਲੇਟਫਾਰਮ ਨੂੰ ਐਕਟ ਦੀ ਪਾਲਣਾ ਕਰਨੀ ਪਵੇਗੀ ਅਤੇ ਇਸ ਤੋਂ ਛੋਟ ਪ੍ਰਾਪਤ ਕਰਨ ਲਈ ਪ੍ਰਕਿਰਿਆਵਾਂ ਦੀ ਰੂਪਰੇਖਾ ਤਿਆਰ ਕਰਨੀ ਹੋਵੇਗੀ। ਸਰਕਾਰ ਨੇ ਕਿਹਾ ਕਿ ਛੋਟ ਪ੍ਰਾਪਤ ਕਰਨ ਲਈ ਪਲੇਟਫਾਰਮਾਂ ਨੂੰ ਕੈਨੇਡਾ ਭਰ ਦੇ ਭਾਈਚਾਰਿਆਂ ਵਿੱਚ ਕੈਨੇਡੀਅਨ ਖਬਰਾਂ ਦੇ ਵਿਭਿੰਨ ਉਤਪਾਦਨ ਦਾ ਸਮਰਥਨ ਕਰਨ ਵਾਲੇ ਸਮਝੌਤੇ ਕਰਨੇ ਚਾਹੀਦੇ ਹਨ। ਇੱਕ ਛੋਟ ਲਈ ਯੋਗ ਹੋਣ ਲਈ ਸਮਝੌਤਿਆਂ ਦੇ ਕੁੱਲ ਮੂਲ ਨੂੰ ਇੱਕ ਨਿਸ਼ਚਿਤ ਥ੍ਰੈਸ਼ਹੋਲਡ ਨੂੰ ਪੂਰਾ ਕਰਨਾ ਚਾਹੀਦਾ ਹੈ। ਸਲਾਹ ਮਸ਼ਵਰੇ ਦੀ ਮਿਆਦ ਤੋਂ ਬਾਅਦ ਅੰਤਿਮ ਨਿਯਮ ਸਰਕਾਰੀ ਅਖਬਾਰ ਵਿੱਚ ਵੀ ਪ੍ਰਕਾਸ਼ਿਤ ਕੀਤੇ ਜਾਣਗੇ। ਉਸ ਤੋਂ ਬਾਅਦ ਕੈਨੇਡੀਅਨ ਰੇਡੀਓ, ਟੈਲੀਵਿਜ਼ਨ ਅਤੇ ਦੂਰਸੰਚਾਰ ਕਮਿਸ਼ਨ ਨਿਯਮਾਂ ਦਾ ਪਾਬੰਦ ਹੋਵੇਗਾ। ਇਸ ਐਕਟ ਨੂੰ ਰਾਇਲ ਅਸੈਂਟ ਮਿਲਣ ਤੋਂ ਬਾਅਦ ਦੇ ਮਹੀਨਿਆਂ ਵਿੱਚ ਮੈਟਾ ਨੇ ਆਪਣੇ ਪਲੇਟਫਾਰਮਾਂ, ਜਿਸ ਵਿੱਚ ਫੇਸਬੁੱਕ ਅਤੇ ਇੰਸਟਾਗ੍ਰਾਮ ਸ਼ਾਮਲ ਹਨ, ਤੋਂ ਕੈਨੇਡੀਅਨ ਖਬਰਾਂ ਦੀ ਸਮੱਗਰੀ ਨੂੰ ਬਲੌਕ ਕਰ ਦਿੱਤਾ ਹੈ। ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੇ ਨੇੜੇ ਆਉਣ ਦੇ ਬਾਵਜੂਦ ਤਕਨੀਕੀ ਕੰਪਨੀਆਂ ਦਾ ਕਹਿਣਾ ਹੈ ਕਿ ਉਸ ਦਾ ਰੁਖ ਅਜੇ ਵੀ ਬਦਲਿਆ ਨਹੀਂ ਹੈ। ਮੈਟਾ ਕੈਨੇਡਾ ਦੀ ਪਬਲਿਕ ਪਾਲਿਸੀ ਦੇ ਮੁਖੀ ਰੇਚਲ ਕੁਰਾਨ ਨੇ ਇੱਕ ਬਿਆਨ ਵਿੱਚ ਕਿਹਾ, ਜਿਵੇਂ ਕਿ ਅਸੀਂ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਰੈਗੂਲੇਟਰੀ ਪ੍ਰਕਿਰਿਆ ਆਨਲਾਈਨ ਨਿਊਜ਼ ਐਕਟ ਦੇ ਬੁਨਿਆਦੀ ਤੌਰ ਤੇ ਨੁਕਸਦਾਰ ਆਧਾਰ ਨੂੰ ਹੱਲ ਕਰਨ ਲਈ ਲੈਸ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਕਿ ਕਾਨੂੰਨ ਇਸ ਗਲਤ ਦਾਅਵੇ ਤੇ ਆਧਾਰਿਤ ਹੈ ਕਿ ਸਾਡੇ ਪਲੇਟਫਾਰਮਾਂ ਤੇ ਸਾਂਝੀਆਂ ਕੀਤੀਆਂ ਖਬਰਾਂ ਦੀ ਸਮੱਗਰੀ ਤੋਂ ਮੈਟਾ ਨੂੰ ਗਲਤ ਤਰੀਕੇ ਨਾਲ ਲਾਭ ਹੁੰਦਾ ਹੈ, ਅੱਜ ਦੇ ਪ੍ਰਸਤਾਵਿਤ ਨਿਯਮ ਕੈਨੇਡਾ ਵਿੱਚ ਖਬਰਾਂ ਦੀ ਉਪਲਬਧਤਾ ਨੂੰ ਖਤਮ ਕਰਨ ਦੇ ਸਾਡੇ ਵਪਾਰਕ ਫੈਸਲੇ ਨੂੰ ਪ੍ਰਭਾਵਿਤ ਨਹੀਂ ਕਰਨਗੇ। ਗੂਗਲ ਨੇ ਕਿਹਾ ਕਿ ਜਦੋਂ ਇਹ ਐਕਟ ਕਾਨੂੰਨ ਬਣ ਜਾਵੇਗਾ ਤਾਂ ਉਹ ਆਪਣੇ ਪਲੇਟਫਾਰਮਾਂ ਤੇ ਕੈਨੇਡੀਅਨ ਨਿਊਜ਼ ਸਮੱਗਰੀ ਨੂੰ ਦਿਖਾਉਣਾ ਬੰਦ ਕਰ ਦੇਵੇਗਾ।
ਕੈਨੇਡਾ ਰੈਵਨਿਊ ਏਜੰਸੀ ਨੇ ਕੋਵਿਡ-19 ਮਹਾਮਾਰੀ ਦੌਰਾਨ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦਾ ਅਨੁਚਿਤ ਦਾਅਵਾ ਕਰਨ ਵਾਲੇ ਲੋਕਾਂ ਦੀ ਅੰਦਰੂਨੀ ਸਮੀਖਿਆ ਕਰਨ ਤੋਂ ਬਾਅਦ 120 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੀਆਰਏ ਨੇ ਪਹਿਲੀ ਵਾਰ ਜੂਨ ਵਿੱਚ ਰਿਪੋਰਟ ਕੀਤੀ ਸੀ ਕਿ ਸੀਆਰਏ ਨੇ ਅਨੁਚਿਤ ਤਰੀਕੇ ਨਾਲ ਫੰਡ ਪ੍ਰਾਪਤ ਕਰਨ ਲਈ 20 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਉਸ ਸਮੇਂ ਸੀਆਰਏ ਵੱਲੋਂ 600 ਵਾਧੂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਆਈ ਇੱਕ ਨਵੀਂ ਅਪਡੇਟ 'ਚ ਏਜੰਸੀ ਨੇ ਕਿਹਾ ਕਿ ਕੇਸ ਦਰ ਕੇਸ ਸਮੀਖਿਆ ਦੇ ਨਤੀਜੇ ਵਜੋਂ 120 ਵਿਅਕਤੀ ਹੁਣ ਸੀਆਰਏ ਨਾਲ ਨਹੀਂ ਹਨ। ਸੀਆਰਏ ਦੇ ਇੱਕ ਬਿਆਨ ਅਨੁਸਾਰ ਜਾਂਚ ਅਤੇ ਅਨੁਸ਼ਾਸਨੀ ਪ੍ਰਕਿਰਿਆਵਾਂ ਜਾਰੀ ਹਨ। ਬਿਆਨ ਵਿੱਚ ਲਿਖਿਆ ਗਿਆ ਹੈ, ਸੀਆਰਏ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਕੈਨੇਡਾ ਦੇ ਟੈਕਸ ਅਤੇ ਲਾਭ ਪ੍ਰਣਾਲੀਆਂ ਦੀ ਅਖੰਡਤਾ ਦੀ ਰੱਖਿਆ ਕਰਨ ਅਤੇ ਕੈਨੇਡੀਅਨਸ ਨੂੰ ਇਹ ਦਿਖਾਉਣ ਲਈ ਵਚਨਬੱਧ ਹੈ ਕਿ ਸੀਆਰਏ ਇੱਕ ਭਰੋਸੇਯੋਗ ਅਤੇ ਨਿਰਪੱਖ ਸੰਸਥਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਦੁਰਵਿਵਹਾਰ ਦੀ ਪਛਾਣ ਕੀਤੀ ਜਾਂਦੀ ਹੈ ਤਾਂ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਇਸ ਨੂੰ ਹੱਲ ਕਰਨ ਲਈ ਢੁਕਵੀਆਂ ਕਾਰਵਾਈਆਂ ਕੀਤੀਆਂ ਜਾਣ ਅਤੇ ਇਸ ਮਾਮਲੇ ਵਿੱਚ ਜਿਨ੍ਹਾਂ ਨੇ ਅਯੋਗ ਹੋਣ ਦੇ ਬਾਵਜੂਦ ਅਦਾਇਗੀਆਂ ਦਾ ਦਾਅਵਾ ਕੀਤਾ ਹੈ ਉਹਨਾਂ ਨੂੰ ਭੁਗਤਾਨ ਕਰਨ ਦੀ ਲੋੜ ਹੈ। ਸੀਆਰਏ ਦਾ ਕਹਿਣਾ ਹੈ ਕਿ ਜੇਕਰ ਅਪਰਾਧ ਦਾ ਸ਼ੱਕ ਹੈ ਤਾਂ ਕੁਝ ਮਾਮਲਿਆਂ ਨੂੰ ਕਾਨੂੰਨ ਲਾਗੂ ਕਰਨ ਲਈ ਭੇਜਿਆ ਜਾ ਸਕਦਾ ਹੈ। ਸਬ ਪ੍ਰੋਗਰਾਮ ਦੇ ਤਹਿਤ ਕੈਨੇਡੀਅਨਸ ਹਰ ਮਹੀਨੇ $2000 ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹਨ ਜੇਕਰ ਸਰਕਾਰ ਦੀਆਂ ਮਹਾਮਾਰੀ ਪਾਬੰਦੀਆਂ ਉਹਨਾਂ ਦੇ ਰੁਜ਼ਗਾਰ ਨੂੰ ਪ੍ਰਭਾਵਿਤ ਕਰਦੀਆਂ ਹਨ। ਸੀਆਰਏ ਦੇ ਬੁਲਾਰੇ ਨੇ ਜੂਨ ਵਿੱਚ ਕਿਹਾ ਸੀ ਕਿ 600 ਸ਼ੱਕੀ ਕੇਸ ਇੱਕ ਬਹੁਤ ਹੀ ਸੀਮਿਤ ਸੰਖਿਆ ਹੈ ਜਦੋਂ ਏਜੰਸੀ ਦੇਸ਼ ਭਰ ਵਿੱਚ 60,000 ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਕੁਝ ਸੀਆਰਏ ਕਰਮਚਾਰੀ ਭੁਗਤਾਨਾਂ ਲਈ ਯੋਗ ਹੋ ਸਕਦੇ ਹਨ ਜਦੋਂ ਉਹ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਉਪਲਬਧ ਸਨ। ਉਹਨਾਂ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਸੀ, ਸੀਆਰਏ ਦਾ ਮੌਜੂਦਾ ਕਰਮਚਾਰੀ ਹੋਣ ਨਾਲ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਵਿਅਕਤੀ ਸਰਵ ਲਈ ਅਯੋਗ ਸੀ। ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਲਗਭਗ 30 ਕਰਮਚਾਰੀ ਜੋ ਇਸ ਸਮੀਖਿਆ ਦਾ ਹਿੱਸਾ ਹਨ ਹੁਣ ਤੱਕ ਯੋਗ ਪਾਏ ਗਏ ਹਨ। ਰਾਸ਼ਟਰੀ ਰੈਵਨਿਊ ਮੰਤਰੀ ਮੈਰੀ ਕਲੌਡ ਬਿਬੀਓ ਦਾ ਕਹਿਣਾ ਹੈ ਕਿ ਸੀਆਰਏ ਜਾਂਚ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਮਾਮਲੇ ਵਿੱਚ ਜਾਂਚ ਅਜੇ ਵੀ ਜਾਰੀ ਰਹੇਗੀ। ਉਹਨਾਂ ਨੇ ਅੱਗੇ ਕਿਹਾ ਕਿ ਸੀਆਰਏ ਦੇ ਅਨੁਸ਼ਾਸਨੀ ਉਪਾਅ ਇਹ ਦਰਸਾਉਂਦੇ ਹਨ ਕਿ ਸਾਡੇ ਲਈ ਇਹ ਜ਼ੀਰੋ ਸਹਿਣਸ਼ੀਲਤਾ ਦੇ ਬਰਾਬਰ ਹੈ। ਪਰ ਇਸ ਕੇਸ ਤੋਂ ਇਲਾਵਾ ਜੋ 60,000 ਤੋਂ ਵੱਧ ਸੀਆਰਏ ਕਰਮਚਾਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਉਹਨਾਂ ਦੀ ਇਮਾਨਦਾਰੀ ਤੇ ਕੋਈ ਸਵਾਲ ਨਹੀਂ ਉਠਾਉਣੇ ਚਾਹੀਦੇ ਹਨ ਕਿਉਂਕਿ ਬਾਕੀ ਕਰਮਚਾਰੀ ਆਪਣੇ ਸਾਥੀ ਨਾਗਰਿਕਾਂ ਦੀ ਸੇਵਾ ਕਰਨ ਲਈ ਇੱਕ ਮਿਸਾਲੀ ਢੰਗ ਨਾਲ ਕੰਮ ਕਰਦੇ ਹਨ। ਕੋਲੋਰਾਡੋ ਦੀ ਇੱਕ ਔਰਤ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਮਤਰੇਈ ਭੈਣ ਜੋ ਆਪਣੀ ਭੈਣ ਅਤੇ ਕਿਸ਼ੋਰ ਪੁੱਤਰ ਦੇ ਨਾਲ ਇੱਕ ਰਿਮੋਟ ਰੌਕੀ ਮਾਊਂਟੇਨ ਕੈਂਪਸਾਈਟ ਵਿੱਚ ਮ੍ਰਿਤਕ ਪਾਈ ਗਈ ਸੀ। ਉਹ ਤਿੰਨੇ ਹਾਲ ਹੀ ਦੇ ਸਾਲਾਂ ਵਿੱਚ ਸਮਾਜਿਕ ਤਬਦੀਲੀਆਂ ਨਾਲ ਸਿੱਝਣ ਲਈ ਸੰਘਰਸ਼ ਕਰ ਰਹੇ ਸੀ ਜਿਸ ਕਰਕੇ ਉਹ ਉਜਾੜ ਵਿੱਚ ਰਹਿਣ ਚਲੇ ਗਏ ਪਰ ਉਹਨਾਂ ਕੋਲ ਐਦਾਂ ਦੀ ਥਾਂ ਤੇ ਰਹਿਣ ਦਾ ਪ੍ਰਬੰਧ ਕਰਨ ਅਤੇ ਆਪਣਾ ਗੁਜ਼ਾਰਾ ਕਰਨ ਲਈ ਪੂਰਾ ਸਮਾਨ ਨਹੀਂ ਸੀ। ਇਸ ਹਫ਼ਤੇ ਜਾਰੀ ਕੀਤੇ ਪੋਸਟਮਾਰਟਮ ਦੇ ਅਨੁਸਾਰ ਕਈ ਫੁੱਟ ਬਰਫ਼ ਦੇ ਸੰਪਰਕ ਵਿੱਚ ਆਉਣ, ਜ਼ੀਰੋ ਤੋਂ ਹੇਠਾਂ ਠੰਡ ਅਤੇ ਉਹਨਾਂ ਦੇ ਕੈਂਪ ਵਿੱਚ ਕੋਈ ਭੋਜਨ ਨਾ ਹੋਣ ਕਰਕੇ ਕ੍ਰਿਸਟਿਨ ਵੈਂਸ, ਰਿਬੇਕਾ ਵੈਂਸ ਅਤੇ ਰਿਬੇਕਾ ਦੇ ਪੁੱਤਰ ਦੀ ਸੰਭਾਵਿਤ ਤੌਰ ਤੇ ਕੁਪੋਸ਼ਣ ਅਤੇ ਹਾਈਪੋਥਰਮੀਆ ਕਾਰਨ ਮੌਤ ਹੋ ਗਈ। ਹਾਲਾਂਕਿ ਮਾਮਲੇ ਵਿੱਚ ਅਧਿਕਾਰੀਆਂ ਵੱਲੋਂ ਮੁੰਡੇ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ। ਕੈਂਪ ਅਤੇ ਨੌਜਵਾਨ ਦੀ ਲਾਸ਼ ਪਹਿਲੀ ਵਾਰ ਜੁਲਾਈ ਵਿੱਚ ਪਗਡੰਡੀ ਤੋਂ ਭਟਕਦੇ ਇੱਕ ਹਾਈਕਰ ਨੇ ਦੇਖੀ ਸੀ ਜਿਸ ਤੋਂ ਬਾਅਦ ਗਨੀਸਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੂੰ ਅਗਲੇ ਦਿਨ ਜਦੋਂ ਉਹਨਾਂ ਨੇ ਕੈਂਪ ਵਾਲੀ ਥਾਂ ਦੀ ਤਲਾਸ਼ੀ ਲਈ ਅਤੇ ਟੈਂਟ ਨੂੰ ਖੋਲ੍ਹਿਆ ਤਾਂ ਅੰਦਰ 2 ਔਰਤਾਂ ਦੀਆਂ ਲਾਸ਼ਾਂ ਮਿਲੀਆਂ। ਜਾਣਕਾਰੀ ਮੁਤਾਬਕ ਤਿੰਨਾਂ ਦੀ ਮੌਤ ਹੋਈ ਨੂੰ ਕਈ ਘੰਟੇ ਹੋ ਚੁੱਕੇ ਸੀ। ਜ਼ਾਰਾ ਨੇ ਕਿਹਾ ਕੋਲੋਰਾਡੋ ਸਪ੍ਰਿੰਗਸ ਦੀਆਂ ਭੈਣਾਂ ਡੈਨਵਰ ਦੇ ਲਗਭਗ 1 ਘੰਟਾ ਦੱਖਣ ਵਿੱਚ 2021 ਤੋਂ ਆਫ ਗ੍ਰਿਡ ਰਹਿ ਰਹੀਆਂ ਸੀ। ਉਹਨਾਂ ਦਾ ਮੰਨਣਾ ਸੀ ਕਿ ਕੋਵਿਡ-19 ਅਤੇ ਰਾਜਨੀਤੀ ਕਰਕੇ ਲੋਕਾਂ ਦੇ ਅੰਦਰ ਇਨਸਾਨੀਅਤ ਖਤਮ ਹੋ ਚੁੱਕੀ ਹੈ ਜਿਸ ਕਰਕੇ ਉਹਨਾਂ ਨੇ ਉਜਾੜ 'ਚ ਜਾ ਕੇ ਰਹਿਣ ਦਾ ਫੈਸਲਾ ਕੀਤਾ ਸੀ। ਕੈਲਗਰੀ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਭਾਲ ਵਿੱਚ ਹੈ ਜਿਸ ਨੂੰ ਆਖਰੀ ਵਾਰ ਕਰੀਬ 3 ਹਫ਼ਤੇ ਪਹਿਲਾਂ ਦੇਖਿਆ ਗਿਆ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ 30 ਸਾਲਾ ਡੇਵਿਡ ਪੀਅਰਸੀ ਸ਼ਨੀਵਾਰ 12 ਅਗਸਤ ਨੂੰ ਦੁਪਹਿਰ 1 ਵਜੇ ਤੋਂ ਲਾਪਤਾ ਹੈ ਜਿਸ ਨੂੰ ਆਖਰੀ ਵਾਰ ਸੈਡਲ ਰਿਜ ਦੇ ਉੱਤਰ ਪੂਰਬੀ ਭਾਈਚਾਰੇ ਵਿੱਚ ਇੱਕ ਸਾਈਕਲ ਤੇ ਆਪਣੇ ਘਰ ਤੋਂ ਨਿਕਲਦੇ ਹੋਏ ਦੇਖਿਆ ਗਿਆ ਸੀ। ਪੁਲਿਸ ਵੱਲੋਂ ਪੀਅਰਸੀ ਦਾ ਵਰਣਨ 5 ਫੁੱਟ 9 ਇੰਚ ਕੱਦ, ਲਗਭਗ 196 ਪੌਂਡ ਭਾਰ, ਦਰਮਿਆਨਾ ਬਿਲਡ, ਭੂਰੇ ਵਾਲਾਂ ਅਤੇ ਹੇਜ਼ਲ ਅੱਖਾਂ ਨਾਲ ਕੀਤਾ ਗਿਆ ਹੈ। ਉਸ ਨੂੰ ਆਖਰੀ ਵਾਰ 10 ਸ਼ਾਰਟਸ, ਇੱਕ ਨੀਲੀ ਕਮੀਜ਼ ਅਤੇ ਇੱਕ ਕਾਲੇ ਹੁੱਡੀ ਪਹਿਨੇ ਦੇਖਿਆ ਗਿਆ ਸੀ। ਮਾਮਲੇ ਵਿੱਚ ਪੁਲਿਸ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਦਮੀ ਦੀ ਤੰਦਰੁਸਤੀ ਲਈ ਚਿੰਤਤ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਪੀਅਰਸੀ ਦੇ ਠਿਕਾਣੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹਨਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਲੇਗਰ ਕੰਪਨੀ ਦੇ ਇੱਕ ਨਵੇਂ ਪੋਲ ਦੇ ਨਤੀਜੇ ਵਿੱਚ ਦੱਸਿਆ ਗਿਆ ਹੈ ਕਿ ਲਗਭਗ ਅੱਧੇ ਕੈਨੇਡੀਅਨ ਪੇਚੈਕ ਦੇ ਹਿਸਾਬ ਨਾਲ ਗੁਜ਼ਾਰਾ ਕਰ ਰਹੇ ਹਨ ਕਿਉਂਕਿ ਜੀਵਨ ਸੰਕਟ ਦੀ ਲਾਗਤ ਘਰੇਲੂ ਬਜਟ ਨੂੰ ਨਿਚੋੜ ਰਹੀ ਹੈ ਅਤੇ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਫਾਈਨੈਂਸਸ ਮਾੜੀ ਹਾਲਤ ਵਿੱਚ ਹਨ। ਪੋਲ ਇਹ ਵੀ ਸੁਝਾਅ ਦਿੰਦਾ ਹੈ ਕਿ ਕੰਜ਼ਰਵੇਟਿਵ ਜੋ ਕਿ ਕਿਫਾਇਤੀ ਬਾਰੇ ਸੰਦੇਸ਼ ਦੇ ਰਹੇ ਹਨ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ। ਉੱਥੇ ਹੀ 38% ਦੀ ਉੱਤਰਦਾਤਾਵਾਂ ਨੇ ਕਿਹਾ ਕਿ ਜੇਕਰ ਅੱਜ ਕੋਈ ਚੋਣ ਹੁੰਦੀ ਹੈ ਤਾਂ ਉਹ ਟੋਰੀਜ਼ ਨੂੰ ਵੋਟ ਦੇਣਗੇ ਅਤੇ ਲਿਬਰਲਾਂ ਲਈ ਸਮਰਥਨ ਜਿਨ੍ਹਾਂ ਨੇ ਹਾਊਸਿੰਗ ਸੰਕਟ ਤੇ ਆਪਣੀ ਹਾਲੀਆ ਕੈਬਨਿਟ ਦੀ ਵਾਪਸੀ ਤੇ ਕੇਂਦਰਿਤ ਕੀਤਾ ਸੀ ਘਟ ਰਿਹਾ ਹੈ। ਲੇਗਰ ਕੰਪਨੀ ਵੱਲੋਂ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 47% ਦੀ ਉੱਤਰਦਾਤਾ ਕਹਿੰਦੇ ਹਨ ਕਿ ਉਹ ਪੇਚੈਕ ਤੋਂ ਪੇਚੈਕ ਵਿੱਚ ਜੀ ਰਹੇ ਹਨ ਜਿਸ ਵਿੱਚ 18 ਤੋਂ 35 ਸਾਲ ਦੀ ਉਮਰ ਦੇ 53% ਅਤੇ 35 ਅਤੇ 54 ਸਾਲ ਦੀ ਉਮਰ ਦੇ ਵਿਚਕਾਰ 57% ਲੋਕ ਸ਼ਾਮਲ ਹਨ। ਪੋਲ ਸੁਝਾਅ ਦਿੰਦਾ ਹੈ ਕਿ ਉੱਚੀਆਂ ਕੀਮਤਾਂ ਐਟਲਾਂਟਿਕ ਕੈਨੇਡਾ, ਮੈਨੀਟੋਬਾ ਅਤੇ ਸਸਕੈਚੁਆਨ ਵਿੱਚ ਲੋਕਾਂ ਨੂੰ ਸਭ ਤੋਂ ਮੁਸ਼ਕਿਲ ਸਥਿਤੀਆਂ ਨਾਲ ਮਾਰ ਰਹੀਆਂ ਹਨ। ਕਿਊਬੇਕਰਾਂ ਦੇ 38% ਅਤੇ ਬ੍ਰਿਟਿਸ਼ ਕੋਲੰਬੀਆ ਦੇ 42% ਲੋਕਾਂ ਦੇ ਮੁਕਾਬਲੇ ਉਹ ਹਰ ਇੱਕ ਪੇਚੈਕ ਤੇ ਹੀ ਪ੍ਰਾਪਤ ਕਰ ਰਹੇ ਹਨ। 60% ਉੱਤਰਦਾਤਾਵਾਂ ਨੇ ਆਪਣੇ ਘਰੇਲੂ ਵਿੱਤ ਨੂੰ ਚੰਗਾ ਜਾਂ ਬਹੁਤ ਵਧੀਆ ਦੱਸਿਆ ਹੈ ਜਦੋਂ ਕਿ 36% ਲੋਕਾਂ ਨੇ ਕਿਹਾ ਕਿ ਉਹਨਾਂ ਦੀ ਵਿੱਤ ਸਥਿਤੀ ਮਾੜੀ ਜਾਂ ਬਹੁਤ ਮਾੜੀ ਹਾਲਤ 'ਚ ਹੈ ਅਤੇ ਬਾਕੀ 4% ਲੋਕਾਂ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਸ਼ੋਰ ਨਹੀਂ ਹਨ। 55 ਸਾਲ ਤੋਂ ਵੱਧ ਉਮਰ ਦੇ ਲੋਕ ਇਹ ਕਹਿਣ ਦੀ ਸਭ ਤੋਂ ਵੱਧ ਸੰਭਾਵਨਾ ਰੱਖਦੇ ਹਨ ਕਿ ਉਹ ਛੋਟੀ ਉਮਰ ਦੇ ਸਮੂਹਾਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਔਰਤਾਂ ਨਾਲੋਂ ਜ਼ਿਆਦਾ ਮਰਦਾਂ ਨੇ ਰਿਪੋਰਟ ਕੀਤੀ ਹੈ ਕਿ ਉਹਨਾਂ ਦੀ ਵਿੱਤ ਸਥਿਤੀ ਚੰਗੀ ਹਾਲਤ ਵਿੱਚ ਹੈ। 35 ਸਾਲ ਤੋਂ ਘੱਟ ਉਮਰ ਦੇ ਲਗਭਗ ਅੱਧੇ ਉੱਤਰਦਾਤਾਵਾਂ ਨੇ 35-54 ਸਾਲ ਦੀ ਉਮਰ ਦੇ 35% ਲੋਕਾਂ ਦੇ ਮੁਕਾਬਲੇ 47% ਅਗਲੇ ਸਾਲ ਆਪਣੀ ਨੌਕਰੀ ਗੁਆਉਣ ਬਾਰੇ ਚਿੰਤਤ ਹਨ। ਅੰਕੜਿਆਂ ਅਨੁਸਾਰ ਔਰਤਾਂ ਨਾਲੋਂ ਮਰਦ ਆਪਣੀ ਨੌਕਰੀ ਗੁਆਉਣ ਬਾਰੇ ਜ਼ਿਆਦਾ ਚਿੰਤਤ ਹਨ ਅਤੇ ਸਰਵੇ ਵਿੱਚ ਇਹ ਦੇਖਿਆ ਗਿਆ ਹੈ ਕਿ ਲੋਕਾਂ ਵਿੱਚ ਇਹ ਚਿੰਤਾਵਾਂ ਓਨਟਾਰੀਓ ਵਿੱਚ ਸਭ ਤੋਂ ਵੱਧ ਅਤੇ ਕਿਊਬੈਕ ਵਿੱਚ ਸਭ ਤੋਂ ਘੱਟ ਹਨ। ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਸੋਚਦੇ ਹਨ ਕਿ ਕੈਨੇਡਾ ਇਸ ਸਮੇਂ ਆਰਥਿਕ ਮੰਦੀ ਵਿੱਚ ਹੈ ਅਤੇ ਸਰਵੇ ਵਿੱਚ ਪਾਇਆ ਗਿਆ ਹੈ ਕਿ ਕੁੱਲ ਮਿਲਾ ਕੇ 61% ਲੋਕਾਂ ਨੇ ਇਸ ਸਵਾਲ ਲਈ ਹਾਂ ਕਿਹਾ ਹੈ ਜਦੋਂ ਕਿ 16% ਨੇ ਕਿਹਾ ਹੈ ਕਿ ਉਹ ਨਹੀਂ ਜਾਣਦੇ ਅਤੇ 23% ਨੇ ਨਾ ਵਿੱਚ ਜਵਾਬ ਦਿੱਤਾ ਹੈ। ਲੇਗਰ ਨੇ ਪਿਛਲੇ ਹਫਤੇ 1597 ਕੈਨੇਡੀਅਨਸ ਦਾ ਸਰਵੇਖਣ ਕੀਤਾ। ਪੋਲ ਨੂੰ ਗਲਤੀ ਦਾ ਮਾਰਜਿਨ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਨਲਾਈਨ ਸਰਵੇਖਣਾਂ ਨੂੰ ਅਸਲ ਵਿੱਚ ਬੇਤਰਤੀਬ ਨਮੂਨੇ ਨਹੀਂ ਮੰਨਿਆ ਜਾਂਦਾ ਹੈ। ਕੈਨੇਡੀਅਨ ਆਰਥਿਕਤਾ ਦੂਜੀ ਤਿਮਾਹੀ ਵਿੱਚ ਠੱਪ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਹਾਊਸਿੰਗ ਵਿੱਚ ਨਿਵੇਸ਼ ਲਗਾਤਾਰ ਘਟਦਾ ਜਾ ਰਿਹਾ ਹੈ ਜਿਸ ਦੀ ਨਵੀਂ ਉਸਾਰੀ ਦੀ ਅਗਵਾਈ ਵਿੱਚ ਕਮੀ ਆਈ ਹੈ। ਸਟੈਟਿਸਟਿਕ ਕੈਨੇਡਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਆਰਥਿਕਤਾ ਦੂਜੀ ਤਿਮਾਹੀ ਵਿੱਚ 0.2% ਦੇ ਸਾਲਾਨਾ ਦਰ ਨਾਲ ਸੁੰਗੜ ਗਈ ਹੈ। ਏਜੰਸੀ ਨੇ ਪਹਿਲੀ ਤਿਮਾਹੀ ਵਿੱਚ ਵਾਧੇ ਲਈ ਆਪਣੀ ਰੀਡਿੰਗ ਨੂੰ ਵੀ 3.1% ਤੋਂ ਘਟ ਕੇ 2.6% ਦੀ ਸਾਲਾਨਾ ਰਫ਼ਤਾਰ ਨਾਲ ਸੋਧਿਆ ਹੈ। ਦੂਜੀ ਤਿਮਾਹੀ ਵਿੱਚ ਇਹ ਗਿਰਾਵਟ ਆਈ ਹੈ ਕਿਉਂਕਿ ਹਾਊਸਿੰਗ ਨਿਵੇਸ਼ 2.1% ਡਿੱਗ ਕੇ ਲਗਾਤਾਰ ਪੰਜਵੀਂ ਤਿਮਾਹੀ ਵਿੱਚ ਗਿਰਾਵਟ ਨਾਲ ਦਰਜ ਕੀਤਾ ਗਿਆ ਹੈ। ਤਿਮਾਹੀ ਵਿੱਚ ਨਵੇਂ ਨਿਰਮਾਣ ਵਿੱਚ 8.2% ਦੀ ਗਿਰਾਵਟ ਆਈ ਜਦੋਂ ਕਿ ਨਵੀਨੀਕਰਨ ਦੇ ਖਰਚ ਵਿੱਚ 4.3% ਦੀ ਗਿਰਾਵਟ ਦਰਜ ਕੀਤੀ ਗਈ। ਖਰਚਿਆਂ ਵਿੱਚ ਇਹ ਗਿਰਾਵਟ ਇਸ ਲਈ ਆਈ ਹੈ ਕਿਉਂਕਿ ਕੈਨੇਡੀਅਨਸ ਨੂੰ ਬੈਂਕ ਆਫ ਕੈਨੇਡਾ ਦੁਆਰਾ ਵਿਆਜ ਦਰਾਂ ਵਿੱਚ ਵਾਧੇ ਦੇ ਕਾਰਨ ਉੱਚ ਉਧਾਰ ਲੈਣ ਦੀਆਂ ਲਾਗਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਮਹਿੰਗਾਈ ਨੂੰ 2% ਦੇ ਆਪਣੇ ਟੀਚੇ ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੀ ਤਿਮਾਹੀ ਵਿੱਚ ਕਮਜ਼ੋਰੀ ਨੂੰ ਵੀ ਘੱਟ ਵਸਤੂ ਸੰਗ੍ਰਹਿ ਦੇ ਨਾਲ-ਨਾਲ ਨਿਰਯਾਤ ਅਤੇ ਘਰੇਲੂ ਖਰਚਿਆਂ ਵਿੱਚ ਹੌਲੀ ਵਾਧੇ ਦਾ ਕਾਰਨ ਮੰਨਿਆ ਗਿਆ ਸੀ। ਪਹਿਲੀ ਤਿਮਾਹੀ ਵਿੱਚ 2.5% ਦੇ ਵਾਧੇ ਦੇ ਮੁਕਾਬਲੇ ਦੂਜੀ ਤਿਮਾਹੀ ਵਿੱਚ ਵਸਤੂਆਂ ਅਤੇ ਸੇਵਾਵਾਂ ਦੀ ਬਰਾਮਦ ਵਿੱਚ 0.1% ਦਾ ਵਾਧਾ ਹੋਇਆ ਹੈ। ਇਸ ਦੌਰਾਨ ਗੈਰ ਰਿਹਾਇਸ਼ੀ ਢਾਂਚਿਆਂ ਵਿੱਚ ਕਾਰੋਬਾਰੀ ਨਿਵੇਸ਼ ਦੂਜੀ ਤਿਮਾਹੀ ਵਿੱਚ 2.4% ਵਧਿਆ। ਇੰਜੀਨੀਅਰਿੰਗ ਢਾਂਚਿਆਂ ਦੇ ਖਰਚੇ ਵਿੱਚ 3.3% ਦੇ ਲਾਭ ਨਾਲ ਵਧਿਆ। ਸੈਕਿੰਡ ਕੁਆਰਟਰ ਦੇ ਆਰਥਿਕਤਾ ਵਿੱਚ ਸਮੁੱਚੀ ਵਾਪਸੀ ਜੂਨ ਵਿੱਚ 0.2% ਦੀ ਗਿਰਾਵਟ ਦੇ ਨਾਲ ਆਈ। ਸੇਵਾ ਉਤਪਾਦਨ ਕਰਨ ਵਾਲੇ ਉਦਯੋਗ ਜੂਨ 'ਚ 0.2% ਡਿੱਗ ਗਏ ਜਦੋਂ ਕਿ ਮਾਲ ਉਤਪਾਦਕ ਉਦਯੋਗਾਂ 'ਚ ਮਹੀਨੇ ਲਈ 0.4% ਦੀ ਗਿਰਾਵਟ ਆਈ। ਸਟੈਟਿਸਟਿਕਸ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਜੁਲਾਈ ਲਈ ਇਸ ਦੇ ਸ਼ੁਰੂਆਤੀ ਅੰਦਾਜ਼ਿਆਂ ਮੁਤਾਬਕ ਅਸਲ GDP ਮਹੀਨੇ ਲਈ ਜ਼ਰੂਰੀ ਤੌਰ ਤੇ ਬਦਲੀ ਨਹੀਂ ਸੀ। ਹਾਲਾਂਕਿ ਇਸਨੇ ਚੇਤਾਵਨੀ ਦਿੱਤੀ ਸੀ ਕਿ ਅੰਕੜੇ ਨੂੰ ਅਪਡੇਟ ਕੀਤਾ ਜਾਵੇਗਾ। ਸਟੈਟਿਸਟਿਕਸ ਕੈਨੇਡਾ ਦੀ ਇਹ ਰਿਪੋਰਟ ਬੈਂਕ ਆਫ ਕੈਨੇਡਾ ਦੇ ਅਗਲੇ ਹਫ਼ਤੇ ਲਈ ਤੈਅ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਆਈ ਹੈ।
ਕੇਂਦਰੀ ਬੈਂਕ ਨੇ ਜੁਲਾਈ ਵਿੱਚ ਆਪਣੇ ਮੁੱਖ ਵਿਆਜ ਦਰ ਦੇ ਟੀਚੇ ਨੂੰ 1/4% ਅੰਕ ਵਧਾ ਕੇ 5% ਕਰ ਦਿੱਤਾ, ਕਿਉਂਕਿ ਉਸਨੇ ਕਿਹਾ ਕਿ ਉਹ ਚਿੰਤਤ ਹੈ ਕਿ ਇਸੇ 2% ਮਹਿੰਗਾਈ ਟੀਚੇ ਵੱਲ ਤਰੱਕੀ ਰੁਕ ਸਕਦੀ ਹੈ। ਡਾਕਟਰਾਂ ਨੇ ਸਾਵਧਾਨ ਕੀਤਾ ਹੈ ਕਿ ਬਾਰਬੀ ਬੋਟੌਕਸ ਦਾ ਵਾਇਰਲ ਰੁਝਾਨ, ਜਿਸ ਵਿੱਚ 20 ਦੇ ਦਹਾਕੇ ਦੀਆਂ ਔਰਤਾਂ ਨੂੰ ਟੌਕਸਿਨ ਆਧਾਰਿਤ ਪ੍ਰਕਿਰਿਆਵਾਂ ਲਈ ਕਾਹਲੀ ਹੈ, ਜੋ ਫਿਲਮ ਦੀ ਮੁੱਖ ਅਭਿਨੇਤਰੀ ਮਾਰਗੋਟ ਰੋਬੀ ਦੀ ਦਿੱਖ ਦੀ ਨਕਲ ਕਰ ਸਕਦੀ ਹੈ, ਉਪਭੋਗਤਾਵਾਂ ਵਿੱਚ ਵਿਰੋਧ ਪੈਦਾ ਕਰ ਸਕਦੀ ਹੈ ਅਤੇ ਭਵਿੱਖ ਵਿੱਚ ਡਾਕਟਰੀ ਵਰਤੋਂ ਵਿੱਚ ਰੁਕਾਵਟ ਬਣ ਸਕਦੀ ਹੈ। ਇਹ ਪ੍ਰਕਿਰਿਆ, ਜਿਸ ਨੂੰ ਟ੍ਰੈਪ ਟੌਕਸ ਵੀ ਕਿਹਾ ਜਾਂਦਾ ਹੈ, ਡਾਕਟਰਾਂ ਦੁਆਰਾ ਮਾਈਗ੍ਰੇਨ ਅਤੇ ਮੋਢੇ ਦੇ ਦਰਦ ਦੇ ਇਲਾਜ ਲਈ ਬੋਟੁਲਿਨ ਟੌਕਸਿਨਸ ਜਿਵੇਂ ਕਿ ਬੋਟੌਕਸ ਦੇ ਉੱਪਰਲੇ ਪਿੱਠ ਦੀਆਂ ਟ੍ਰੈਪੀਜ਼ੀਅਸ ਮਾਸਪੇਸ਼ੀਆਂ ਵਿੱਚ ਟੀਕੇ ਲਗਾਉਣ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਪਰ ਜੁਲਾਈ ਵਿੱਚ ਰਿਲੀਜ਼ ਹੋਈ ਬਾਰਬੀ ਫਿਲਮ ਤੋਂ ਬਾਅਦ ਕਾਸਮੈਟਿਕ ਪ੍ਰਕਿਰਿਆ ਦੇ ਤੌਰ ਤੇ ਵਰਤੋਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਕ ਟਿਕਟੌਕ ਤੇ #BarbieBotox ਨੂੰ 11.2 ਮਿਲੀਅਨ ਵਿਊਜ਼ ਮਿਲੇ ਹਨ। ਰਿਵੈਂਸ ਥੈਰੇਪੈਟਿਕਸ RVNC.O ਦੇ CEO ਡਸਟਿਨ ਜਸ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਇਹ ਪ੍ਰਕਿਰਿਆ ਗਰਦਨ ਨੂੰ ਪਤਲਾ ਕਰ ਦਿੰਦੀ ਹੈ ਅਤੇ ਕਿਸੇ ਤਰ੍ਹਾਂ ਇਹ ਉਸ ਅਭਿਨੇਤਰੀ ਨੂੰ ਦਿੱਤਾ ਗਿਆ ਜੋ ਬਾਰਬੀ ਮੂਵੀ ਵਿੱਚ ਬਾਰਬੀ ਦਾ ਰੋਲ ਪਲੇ ਕਰ ਰਹੀ ਹੈ। ਸਕੌਟ ਗਲਾਸਬਰਗ ਪਲਾਸਟਿਕ ਸਰਜਰੀ ਫਾਊਂਡੇਸ਼ਨ ਦੇ ਚੁਣੇ ਹੋਏ ਪ੍ਰਧਾਨ, ਜੋ ਨਿਊਯਾਰਕ ਵਿੱਚ ਅਭਿਆਸ ਕਰਦੇ ਹਨ, ਨੇ ਕਿਹਾ ਕਿ ਇਸ ਬੋਟੌਕ ਵਿੱਚ ਉਹ ਝੁਰੜੀਆਂ ਜਾਂ ਢਿੱਲੀ ਚਮੜੀ ਦਾ ਇਲਾਜ ਨਹੀਂ ਕਰ ਰਹੇ, ਬਲਕਿ ਗਰਦਨ ਦਾ ਘੇਰਾ ਘਟਾਉਣਾ ਚਾਹੁੰਦੇ ਹਨ, ਇੱਕ ਪਤਲੀ ਵਧੇਰੇ ਕੰਟੌਰਡ ਗਰਦਨ। ਕਾਸਮੈਟਿਕ ਉਦੇਸ਼ਾਂ ਲਈ ਅਜਿਹੇ ਟੀਕਿਆਂ ਦੀ ਮਨਜ਼ੂਰੀ ਸਿਰਫ ਚਿਹਰੇ ਨੂੰ ਸ਼ਾਮਲ ਕਰਨ ਵਾਲੀ ਪ੍ਰਕਿਰਿਆਵਾਂ ਤੱਕ ਸੀਮਿਤ ਹੈ, ਜਿਸ ਨਾਲ ਟ੍ਰੈਪੀਜ਼ੀਅਸ ਆਫ ਲੇਬਲ ਵਿੱਚ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਜਿਹੀਆਂ ਪ੍ਰਕਿਰਿਆਵਾਂ ਨੂੰ ਡਾਕਟਰੀ ਤੌਰ ਤੇ ਉਚਿਤ ਵਜੋਂ ਨਿਰਣਾ ਕਰਨ ਲਈ ਸਿਹਤ ਪੇਸ਼ੇਵਰਾਂ ਤੋਂ ਆਫ-ਲੇਬਲ ਵਰਤੋਂ ਦੀ ਜ਼ਿੰਮੇਵਾਰੀ ਦਿੰਦਾ ਹੈ। ਇਸ ਦੌਰਾਨ ਰਿਵੈਂਸ ਅਤੇ ਇਵੋਲਸ ਇਨਕੋਰਪੋਰੇਸ਼ਨ EOLS.O, ਜੋ ਕ੍ਰਮਵਾਰ ਡੈਕਸੀਫਾਈ ਅਤੇ ਚੁਵੇਓ ਬ੍ਰਾਂਡ ਦੇ ਤਹਿਤ ਸਮਾਨ ਜ਼ਹਿਰੀਲੇ ਪਦਾਰਥ ਬਣਾਉਂਦੇ ਹਨ, ਨੇ ਦੱਸਿਆ ਕਿ ਹਾਲਾਂਕਿ ਬਾਰਬੀ ਬੋਟੌਕਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਇੰਨੀ ਪ੍ਰਸਿੱਧੀ ਚੁੱਕੀ ਹੈ, ਪਰ ਉਹਨਾਂ ਨੂੰ ਵਿਕਰੀ ਵਿੱਚ ਮਹੱਤਵਪੂਰਨ ਵਾਧਾ ਕਰਨ ਦਾ ਰੁਝਾਨ ਨਜ਼ਰ ਨਹੀਂ ਆਉਂਦਾ। ਉੱਥੇ ਇਸ ਮਾਮਲੇ ਵਿੱਚ ਬੋਟੌਕਸ ਨਿਰਮਾਤਾ ਐਬੀ ਇਨਕੋਰਪੋਰੇਸ਼ਨ ABBV.N ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਤਿਹਾਸਕ ਤੌਰ ਤੇ 40 ਸਾਲ ਤੋਂ ਵੱਧ ਉਮਰ ਦੇ ਲੋਕ ਟੌਕਸਿਨ ਆਧਾਰਿਤ ਇੰਜੈਕਸ਼ਨਾਂ ਦੀ ਚੋਣ ਕਰਨਗੇ, ਜਿਸ ਨੂੰ ਲੈ ਕੇ ਅਮਰੀਕਾ ਵਿੱਚ ਸਾਲਾਨਾ ਵਿਕਰੀ $3 ਬਿਲੀਅਨ ਤੋਂ ਵੱਧ ਦੀ ਕੀਮਤ ਦਾ ਇੱਕ ਬਾਜ਼ਾਰ ਹੈ। ਹਾਲਾਂਕਿ ਡਾਕਟਰਾਂ ਨੇ ਕਿਹਾ ਕਿ ਉਹ ਜਵਾਨ ਔਰਤਾਂ ਵਿੱਚ ਇਸ ਦੀ ਵਰਤੋਂ ਦੇ ਵਾਧੇ ਬਾਰੇ ਚਿੰਤਤ ਹਨ ਅਤੇ 6 ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਮੈਡੀਸਪੌਸ ਵਿੱਚ ਘੱਟ ਯੋਗਤਾ ਵਾਲੇ ਸਟਾਫ ਦੁਆਰਾ ਪ੍ਰਕਿਰਿਆਵਾਂ ਨੇ ਪੇਚੀਦਗੀਆਂ ਦੇ ਜੋਖਮ ਨੂੰ ਵੀ ਵਧਾਇਆ ਹੈ। ਅਮਰੀਕਾ ਦੇ ਦੱਖਣ ਵਿੱਚ ਤੂਫਾਨ ਆਉਣਾ ਅਤੇ ਉਸ ਨਾਲ ਨੁਕਸਾਨ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਡਾਲੀਆ ਤੋਂ ਹੋਏ ਨੁਕਸਾਨ ਦੀ ਪੂਰੀ ਤੀਬਰਤਾ ਨੇ ਡੇਸਮਨ ਰੋਬਰਟਸਨ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਨੇ ਆਪਣੇ ਜਿਓਰਜੀਆ ਦੇ ਆਂਢ-ਗੁਆਂਢ ਦੇ ਖੱਬੇ ਪਾਸੇ ਦਾ ਦੌਰਾ ਕੀਤਾ। ਰੋਬਰਟਸਨ ਨੇ ਤੂਫਾਨ ਤੋਂ ਬਾਅਦ ਹੋਏ ਨੁਕਸਾਨ ਦੀ ਜਾਂਚ ਕਰਨ ਲਈ ਇੱਕ ਦੋਸਤ ਦੇ ਨਾਲ ਵਾਲਡੋਸਟਾ ਰਾਹੀਂ ਡਰਾਈਵ ਕੀਤੀ। ਇਡਾਲੀਆ ਤੂਫਾਨ ਪਹਿਲਾਂ ਫਲੋਰੀਡਾ ਪਹੁੰਚਿਆ ਪਰ ਫਿਰ ਇੱਕਦਮ ਕਮਜ਼ੋਰ ਹੋ ਗਿਆ, ਪਰ ਉਸ ਤੋਂ ਬਾਅਦ ਇਸ ਤੂਫਾਨ ਨੇ ਉੱਤਰ ਵੱਲ ਆਪਣਾ ਰਸਤਾ ਬਣਾਇਆ, ਜਿੱਥੋਂ ਇਡਾਲੀਆ 55,000 ਕਸਬਿਆਂ ਵਿੱਚੋਂ ਲੰਘਿਆ ਅਤੇ ਉੱਥੋਂ ਦੇ ਸਾਰੇ ਕਸਬੇ ਤਬਾਹ ਕਰ ਗਿਆ। ਉਹਨਾਂ ਕਿਹਾ ਕਿ ਇੱਕ ਗਲੀ ਵਿੱਚ ਲਗਭਗ ਹਰ ਘਰ ਤੇ ਇੱਕ ਦਰਖਤ ਡਿੱਗਿਆ ਹੋਇਆ ਹੈ। ਦਰਖਤਾਂ ਦੇ ਤਣੇ ਅਤੇ ਡਿੱਗੀਆਂ ਬਿਜਲੀ ਦੀਆਂ ਲਾਈਨਾਂ ਕਾਰਨ ਸੜਕਾਂ ਬੰਦ ਰਹੀਆਂ ਅਤੇ ਮੁੱਖ ਚੌਰਾਹਿਆਂ ਤੇ ਟ੍ਰੈਫਿਕ ਲਾਈਟਾਂ ਅਜੇ ਵੀ ਬੰਦ ਹਨ। ਜਿਓਰਜੀਆ ਦੇ ਗਵਰਨਰ ਬ੍ਰਾਇਨ ਕੇਂਪਅਪ ਨੇ ਕਿਹਾ ਕਿ ਤੂਫਾਨ ਵਿੱਚ 90 ਮੀਲ ਪ੍ਰਤੀ ਘੰਟਾ ਹਵਾ ਸੀ ਜਦੋਂ ਇਹ ਬੁੱਧਵਾਰ ਨੂੰ ਵਾਲਡੋਸਟਾ ਤੇ ਸਿੱਧਾ ਟਕਰਾਇਆ। ਜ਼ਿਕਰਯੋਗ ਹੈ ਕਿ ਤੂਫਾਨ ਨੇ ਸਭ ਤੋਂ ਪਹਿਲਾਂ ਬੁੱਧਵਾਰ ਨੂੰ ਫਲੋਰੀਡਾ ਵਿੱਚ ਲੈਂਡਫਾਲ ਕੀਤਾ, ਜਿੱਥੇ ਇਸਨੇ ਘਰਾਂ ਨੂੰ ਢਾਹ ਦਿੱਤਾ ਅਤੇ ਬਿਜਲੀ ਦੇ ਖੰਭਿਆਂ ਨੂੰ ਹੇਠਾਂ ਡੇਗ ਦਿੱਤਾ। ਇਹ ਫਿਰ ਉੱਤਰ ਪੂਰਬ ਵੱਲ ਵਧਿਆ, ਜਿੱਥੇ ਦੱਖਣੀ ਕੈਰੋਲੀਨਾ ਦੇ ਬਹੁਤ ਸਾਰੇ ਬੀਚਾਂ ਵਿੱਚ ਹੜ੍ਹ ਆਇਆ ਅਤੇ ਸਮੁੰਦਰੀ ਪਾਣੀ ਨੂੰ ਡਾਊਨਟਾਊਨ ਚਾਰਲਸਟਨ ਦੀਆਂ ਗਲੀਆਂ ਵਿੱਚ ਭੇਜ ਦਿੱਤਾ। ਉੱਤਰੀ ਕੈਰੋਲੀਨਾ ਵਿੱਚ ਇਸ ਕਰਕੇ ਵਾਈਟਵਿਲ ਉੱਤੇ 9 ਇੰਚ ਤੋਂ ਵੱਧ ਮੀਂਹ ਪਿਆ, ਜਿਸ ਨਾਲ ਡਾਊਨਟਾਊਨ ਵਿੱਚ ਹੜ੍ਹ ਆ ਗਿਆ। ਰਾਸ਼ਟਰਪਤੀ ਜੋ ਬਾਈਡਨ ਨੇ ਡਿਸੈਂਟਿਸ ਨਾਲ ਗੱਲ ਕੀਤੀ ਅਤੇ ਵਾਅਦਾ ਕੀਤਾ ਕਿ ਜੋ ਵੀ ਸੰਘੀ ਸਹਾਇਤਾ ਉਪਲਬਧ ਹੈ ਉਹ ਦਿੱਤੀ ਜਾਵੇਗੀ। ਬਾਈਡਨ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਉਹ ਸ਼ਨੀਵਾਰ ਨੂੰ ਫਲੋਰੀਡਾ ਜਾ ਕੇ ਖੁਦ ਨੁਕਸਾਨ ਦਾ ਜਾਇਜ਼ਾ ਲੈਣਗੇ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।